ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਹੁਣ ਕੁਝ ਬੱਚਿਆਂ ਦੀ ਰਿਕੁਐਸਟ ਆ ਰਹੀ ਸੀ ਕਿ ਫਿਜ਼ਿਕਸ ਦੀ ਹੋਰ ਵੀਡੀਓਜ਼ ਪਾਓ, ਇਸ ਕਰਕੇ ਫਿਜ਼ਿਕਸ ਦੀ ਇੱਕ ਹੋਰ ਵੀਡੀਓ ਬਣਾਈ ਗਈ ਹੈ ਰਿਫਰੈਕਸ਼ਨ ਚੈਪਟਰ 'ਤੇ। ਤਾਂ ਇਹ ਉਸ ਕਿਤਾਬ ਤੋਂ ਕੁਐਸਚਨ ਮੈਂ ਫਿਰ ਰਿਪੀਟ ਕਰ ਰਿਹਾ, ਜਿਸ ਕਿਤਾਬ ਤੋਂ ਪਿਛਲੇ 2 ਪੇਪਰ ਆਏ ਨੇ 66 35 2364, ਉਹ ਇਸੇ ਕਿਤਾਬ 'ਚੋਂ ਆਏ ਨੇ। ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਇਸ ਕਿਤਾਬ ਨੂੰ ਜ਼ਰੂਰ ਪੜ੍ਹ ਕੇ ਜਾਓ, ਇਹ ਕੁਐਸਚਨ ਸਾਰੇ ਜ਼ਰੂਰ ਦੇਖ ਕੇ ਜਾਓ। ਰਿਪੀਟਿਡ ਕੁਐਸਚਨ ਨੇ, ਇਹ ਕੁਐਸਚਨ ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਨੇ, ਠੀਕ ਹੈ ਜੀ। ਅਤੇ ਮੈਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਪਹਿਲਾ ਹੈ ਲਾਈਟ ਟਰੈਵਲਿੰਗ ਫਰੋਮ ਡੈਂਸਰ ਮੀਡੀਅਮ ਟੂ ਰੇਅਰ ਮੀਡੀਅਮ ਅਲੋਂਗ ਨੋਰਮਲ ਟੂ ਦ ਬਾਊਂਡਰੀ is refracted toward the normal, refracted away from normal, goes along the boundary, is not refracted। ਹੁਣ ਦੇਖੋ ਇੰਗਲਿਸ਼ ਤਾਂ ਪੜ੍ਹ ਲਈ, ਆਪਾਂ ਸਮਝ ਲਿਆ ਦਾ ਮਤਲਬ ਕੀ ਹੈ। ਉਹ ਕਹਿੰਦੇ ਨੇ ਇੱਥੇ ਗਲਾਸ ਸਲੈਬ ਤੋਂ ਸਮਝਣਾ। ਉਹ ਕਹਿੰਦੇ ਨੇ ਮੰਨ ਲਓ ਜਿਵੇਂ ਗਲਾਸ ਸਲੈਬ ਹੈ, ਠੀਕ ਹੈ, ਇਹਨੂੰ ਆਪਾਂ ਕਹਿੰਦੇ ਨੋਰਮਲ, ਇਹ ਕਹਿੰਦੇ ਨੋਰਮਲ। ਅਗਰ ਕੋਈ ਲਾਈਟ ਸਿੱਧੀ ਆਉਂਦੀ ਹੈ ਤਾਂ ਉਹ ਕੀ ਕਰੇਗੀ? ਉਹ ਮੁੜੇਗੀ ਕਿ ਸਿੱਧੀ ਜਾਏਗੀ? ਹੁੰਦਾ ਕੀ ਹੈ ਗਲਾਸ ਸਲੈਬ ਦੇ ਅੰਦਰ, ਜਦੋਂ ਵੀ ਕੋਈ ਲਾਈਟ ਨੋਰਮਲ ਨੋਰਮਲ ਹੁੰਦੀ, ਇਹਨੂੰ ਕਹਿੰਦੇ ਨੋਰਮਲ ਮਤਲਬ 90 ਡਿਗਰੀ। ਅਗਰ ਕੋਈ ਲਾਈਟ ਆਉਂਦੀ ਹੈ, ਅਗਰ ਮੰਨ ਲਓ ਅੰਦਰ ਆਈ, ਅੰਦਰ ਡੈਂਸਰ ਮੀਡੀਅਮ ਮਤਲਬ ਡੈਂਸਿਟੀ ਜ਼ਿਆਦਾ ਹੈ, ਅੰਦਰ ਰਸ਼ ਜ਼ਿਆਦਾ ਹੈ, ਤਾਂ ਲਾਈਟ ਆਪਦੇ ਆਪ ਨੂੰ ਬੈਂਡ ਕਰ ਲੈਂਦੀ ਹੈ ਇੱਧਰ। ਅਗਰ ਰਸ਼ ਘੱਟ ਹੋਵੇ ਤਾਂ ਕਿੱਧਰ ਚਲੀ ਜਾਂਦੀ? ਥੋੜ੍ਹੀ ਅਲੱਗ ਨਹੀਂ, ਵੈਸੇ ਜਾਣਾ ਉਹਨੇ ਇਸ ਰਸਤੇ 'ਤੇ ਹੈ, ਇਸ ਰਸਤੇ 'ਤੇ, ਅਤੇ ਜਾਂ ਤਾਂ ਅੰਦਰ ਨੂੰ ਚਲੀ ਜਾਏਗੀ ਜਾਂ ਬਾਹਰ ਨੂੰ ਚਲੀ ਜਾਏਗੀ। ਉਹ ਕਹਿੰਦੇ ਦੱਸੋ ਲਾਈਟ ਕਿੱਧਰ ਜਾਏਗੀ ਜੇ ਬਿਲਕੁਲ ਸਿੱਧੀ ਆਵੇ ਤਾਂ, ਜਿਵੇਂ ਇਹਦੇ 'ਚ ਆ ਰਹੀ ਹੈ। ਹੁਣ ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਇਹ ਕਿਸੇ ਐਂਗਲ 'ਤੇ ਆਉਂਦੀ ਹੈ ਨਾ, ਅਗਰ ਇਹ ਕਿਸੇ ਐਂਗਲ 'ਤੇ ਆਵੇ ਫਿਰ ਇਹ ਬੈਂਡ ਕਰਦੀ ਹੈ। ਅਗਰ ਕਿਸੇ ਐਂਗਲ 'ਤੇ ਨਾ ਆਵੇ ਤਾਂ ਬਿਲਕੁਲ ਹੀ ਸਿੱਧੀ ਚਲੀ ਜਾਂਦੀ ਹੈ। ਤਾਂ ਹੁਣ ਇਸ ਕੁਐਸਚਨ 'ਚ ਉਹਨੇ ਪੁੱਛਿਆ ਆਪਾਂ ਨੂੰ, ਜੋ ਉਹਦਾ ਆਨਸਰ ਵੇਖੋ ਕਿ ਲਾਈਟ ਟਰੈਵਲਿੰਗ ਫਰੋਮ ਡੈਂਸਰ ਮੀਡੀਅਮ ਟੂ ਰੇਅਰ, ਆ ਡੈਂਸਰ ਤੋਂ ਰੇਅਰ ਆਉਂਦੀ ਪਈ ਹੈ, ਅਲੋਂਗ ਨੋਰਮਲ ਟੂ ਦ ਬਾਊਂਡਰੀ ਮਤਲਬ 90 ਡਿਗਰੀ 'ਤੇ, ਤਾਂ ਕੀ ਹੋਏਗਾ? ਲਾਈਟ ਬਿਲਕੁਲ ਸਿੱਧੀ ਜਾਏਗੀ। ਤਾਂ ਆਨਸਰ ਕੀ ਆਏਗਾ? ਹੁਣ ਆਪਸ਼ਨ ਕੀ ਨੇ ਕਿ ਇਜ਼ ਰਿਫਲੈਕਟਿਡ ਟੂਵਰਡ ਦ ਨੋਰਮਲ, ਨਾ ਨੋਰਮਲ ਵੱਲ ਬੈਂਡ ਹੋਏਗੀ, ਅਵੇ ਫਰੋਮ ਨਾ ਇੱਧਰ ਬੈਂਡ ਹੋਏਗੀ, ਗੋਜ਼ ਅਲੋਂਗ ਦ ਬਾਊਂਡਰੀ ਕਿ ਬਾਊਂਡਰੀ ਦੇ ਨਾਲ ਜਾਏਗੀ, ਨਾ ਇਜ਼ ਨੋਟ ਰਿਫਲੈਕਟਿਡ, ਹਾਂ ਬਿਲਕੁਲ ਸਿੱਧੀ ਜਾਏਗੀ। ਇਹਦਾ ਆਨਸਰ ਕੀ ਆਏਗਾ? ਇਜ਼ ਨੋਟ ਰਿਫਲੈਕਟਿਡ, ਬਿਲਕੁਲ ਸਿੱਧੀ ਜਾਏਗੀ। ਤਾਂ ਯਾਦ ਰੱਖਣਾ, ਜਦੋਂ ਵੀ ਕਿਸੇ ਗਲਾਸ ਸਲੈਬ ਦੇ ਅੰਦਰ ਇਹ ਲਿਖਿਆ ਹੋਵੇ ਕਿ ਇੱਕ ਲਾਈਟ ਆ ਰਹੀ ਹੈ ਜਿਹੜੀ ਬਾਊਂਡਰੀਜ਼ 'ਤੇ ਪੈਰਲਲ ਹੈ, ਇਹਨੂੰ ਬਾਊਂਡਰੀ ਕਹਿੰਦੇ ਨੇ, ਆ ਦੋ ਬਾਊਂਡਰੀਜ਼ ਇਹਨਾਂ ਦੇ ਪੈਰਲਲ ਹੈ, ਤਾਂ ਉਹ ਕਦੇ ਵੀ ਬੈਂਡ ਨਹੀਂ ਕਰਦੀ। ਜਾਂ ਆ ਜਾਏ ਕਿ ਨੋਰਮਲ ਦੇ ਡਾਇਰੈਕਸ਼ਨ 'ਚ ਆ ਰਹੀ ਹੈ, ਫਿਰ ਵੀ ਬੈਂਡ ਨਹੀਂ ਕਰੇਗੀ। ਯਾਦ ਰੱਖਣਾ, ਬਿਲਕੁਲ ਇੰਪੋਰਟੈਂਟ ਕੁਐਸਚਨ ਹੈ। ਅਗਲਾ ਕੁਐਸਚਨ ਵੇਖਦੇ ਹਾਂ। A ray of light passes from glass into air, the angle of refraction will be। ਉਹ ਕਹਿੰਦੇ ਮੰਨ ਲਓ ਕਿ ਇੱਕ ਲਾਈਟ ਜਿਹੜੀ ਗਲਾਸ ਤੋਂ ਏਅਰ 'ਚ ਜਾਂਦੀ ਪਈ ਹੈ, ਤਾਂ ਐਂਗਲ ਆਫ ਰਿਫਰੈਕਸ਼ਨ ਕੀ ਹੋਏਗਾ? ਦੇਖੋ ਮੈਂ ਤੁਹਾਨੂੰ ਇੱਕ ਨਾ ਸਿੰਪਲ ਜਿਹਾ ਕੰਸੈਪਟ ਸਮਝਾਉਣਾ, ਜਿਹਦੇ ਨਾਲ ਤੁਹਾਡੇ ਬੜੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ। ਦੇਖੋ ਇਹਨੂੰ ਨਾ ਐਗਜ਼ਾਮਪਲ ਨੂੰ ਧਿਆਨ ਨਾਲ ਸਮਝਿਆ ਜਾਏ, ਬੜੇ ਵਾਸਤੇ ਸੌਖੀ ਰਹੇਗੀ। ਮੰਨ ਲਓ ਕੋਈ ਬੰਦਾ ਹੈ, ਉਹ ਟੂਰ 'ਤੇ ਰਹਿੰਦਾ ਹੈ, ਉਹਨੇ ਇਹ ਸੋਚਿਆ ਕਿ ਮੈਂ ਇੱਕ ਸਟੇਟ ਨੂੰ ਪਾਰ ਕਰਨ 'ਤੇ 5 ਘੰਟੇ ਲਾਣੇ ਨੇ, ਫਿਕਸ 5 ਘੰਟੇ ਹੀ ਲਾਣੇ ਨੇ, ਕਾਰ 'ਚ ਘੁੰਮਦਾ ਉਹ, ਠੀਕ ਹੈ। ਤਾਂ ਮੰਨ ਲਓ 2 ਸਟੇਟਾਂ ਨੇ, ਇੱਕ ਪੰਜਾਬ ਇੱਕ ਬਿਹਾਰ। ਪੰਜਾਬ 'ਚ ਬਹੁਤ ਹੀ ਲੋਕ ਵਿਰਲੇ ਵਿਰਲੇ ਨੇ, ਬਿਹਾਰ 'ਚ ਕਿੰਨਾ ਜ਼ਿਆਦਾ ਰਸ਼ ਹੁੰਦਾ ਹੈ ਨਾ। ਹੁਣ ਉਹ ਬੰਦਾ ਮੰਨ ਲਓ ਬਾਹਰੋਂ ਆ ਰਿਹਾ ਕਿਸੇ ਸਟੇਟ ਤੋਂ, ਹੈ ਨਾ, ਉਹਨੇ ਜਾਣਾ ਤਾਂ ਰਸਤਾ ਸਿੱਧੇ ਦਾ ਸੀ, ਠੀਕ ਹੈ। ਤਾਂ ਮੰਨ ਲਓ ਪਹਿਲਾਂ ਉਹ ਪੰਜਾਬ 'ਚ ਟੱਪਦਾ, ਐਗਜ਼ਾਮਪਲ ਦੇ ਰਿਹਾ ਮੈਂ ਸਿਰਫ ਸਮਝਾਉਣ ਵਾਸਤੇ। ਹੁਣ ਪੰਜਾਬ 'ਚ ਲੋਕ ਘੱਟ ਨੇ, ਤਾਂ 5 ਘੰਟੇ 'ਚ ਪਾਰ ਕਰਨੀ ਉਹਨੇ, ਤਾਂ ਕੋਈ ਟ੍ਰੈਫਿਕ ਨਹੀਂ ਮਿਲਣਾ, ਕੋਈ ਕੁਛ ਨਹੀਂ ਮਿਲਣਾ, ਟਾਈਮ 5 ਘੰਟੇ ਲਾਣੇ ਨੇ। ਤਾਂ ਉਹਨੇ ਕੀ ਕੀਤਾ, ਉਹਦਾ ਰਸਤਾ ਥੋੜ੍ਹਾ ਵੱਡਾ ਕਰ ਲਿਆ ਤਾਂ ਕਿ ਉਹ ਆਰਾਮ ਨਾਲ ਸਟੇਟ ਨੂੰ ਪਾਰ ਕਰ ਸਕੇ। ਹੁਣ ਮੰਨ ਲਓ ਉਹੀ ਬੰਦਾ ਅਗਰ ਦੁਬਾਰਾ ਆਏ ਕਿਸੇ ਹੋਰ ਸਟੇਟ ਤੋਂ, ਹੁਣ ਉਹਨੇ ਜਾਣਾ ਬਿਹਾਰ, ਉਹਨੇ ਵੇਖਿਆ ਬਿਹਾਰ 'ਚ ਤਾਂ ਵੈਸੇ ਹੀ ਰਸ਼ ਬਹੁਤ ਜ਼ਿਆਦਾ, ਤਾਂ ਜਾਣਾ ਤਾਂ ਇਸ ਰਸਤੇ 'ਤੇ ਸੀ, ਪਰ ਉਹ ਕੀ ਕਰੇ, ਥੋੜ੍ਹਾ ਜਿਹਾ ਇੱਧਰ ਅੰਦਰ ਨੂੰ ਆ ਜਾਏਗਾ, ਬੈਂਡ ਕਰ ਲਏਗਾ ਅੰਦਰ ਨੂੰ। ਇਹਦਾ ਮਤਲਬ ਬੈਂਡ ਕਰਨ ਦੇ 2 ਰਸਤੇ ਹੁੰਦੇ ਨੇ, ਇੱਕ ਬਾਹਰ ਦੀ ਤਰਫ, ਇੱਕ ਅੰਦਰ ਦੀ ਤਰਫ। ਜਦੋਂ ਤੁਸੀਂ ਡੈਂਸਰ ਮੀਡੀਅਮ 'ਚ ਜਾਂਦੇ ਹੋ, ਜਿਵੇਂ ਬਿਹਾਰ 'ਚ ਵੜਦੇ ਹੋ, ਤਾਂ ਤੁਹਾਨੂੰ ਰਸਤਾ ਛੋਟਾ ਕਰਨਾ ਪੈਂਦਾ ਹੈ। ਇਹਨੂੰ ਕਹਿੰਦੇ ਨੇ ਨੋਰਮਲ, ਇਹਨੂੰ ਕੀ ਕਹਿੰਦੇ ਨੇ ਨੋਰਮਲ। ਇਹ ਤੁਹਾਡਾ ਰਸਤਾ ਕੀ ਹੋ ਗਿਆ, ਤੁਸੀਂ ਬੈਂਡ ਕਿੱਧਰ ਕਰ ਗਏ, ਨੋਰਮਲ ਦੇ ਵੱਲ ਝੁੱਕ ਗਏ। ਅਗਰ ਤੁਸੀਂ ਜਾਂਦੇ ਹੋ ਕਿਸੇ ਰੇਅਰ ਮੀਡੀਅਮ 'ਚ ਜਿੱਥੇ ਡੈਂਸਿਟੀ ਘੱਟ ਹੋਵੇ, ਆਹ ਸਾਡੀ ਨੋਰਮਲ ਹੈ, ਜਾਣਾ ਤੁਸੀਂ ਸਿੱਧਾ ਸੀ, ਪਰ ਤੁਸੀਂ ਕੀ ਚਲੇ ਗਏ, ਥੋੜ੍ਹਾ ਦੂਰ ਚਲੇ ਗਏ, ਹੈ ਨਾ, ਤਾਂ ਤੁਸੀਂ ਕਿੱਧਰ ਬੈਂਡ ਹੋ ਗਏ, ਅਵੇ ਫਰੋਮ ਨੋਰਮਲ। ਸਮਝ ਆਈ ਗੱਲ? ਤਾਂ ਜਦੋਂ ਆਪਾਂ ਡੈਂਸਰ, ਹੁਣ ਡੈਂਸਰ ਨੂੰ ਕੀ ਕਹਿੰਦੇ ਆ, ਬਿਹਾਰ ਤੋਂ ਪੰਜਾਬ ਆਵਾਂਗੇ, ਰਸਤਾ ਵੱਡਾ ਕਰਾਂਗੇ, ਬਿਹਾਰ ਤੋਂ ਪੰਜਾਬ ਮਤਲਬ ਡੈਂਸਰ ਟੂ ਰੇਅਰ, ਤਾਂ ਆਪਣੀ ਲਾਈਟ ਕੀ ਕਰੇਗੀ, ਆ ਅਗਰ ਨੋਰਮਲ ਹੈ, ਆਣਾ ਇਸ ਰਸਤੇ ਤੋਂ ਹੈ, ਤਾਂ ਦੂਰ ਚਲੀ ਜਾਏਗੀ, ਐਂਗਲ ਆਫ ਰਿਫਰੈਕਸ਼ਨ ਕੀ ਹੋ ਜਾਏਗਾ, ਵੱਡਾ। ਆ ਐਂਗਲ ਆਫ ਰਿਫਰੈਕਸ਼ਨ ਸੀ ਅਗਰ ਸਿੱਧਾ ਆਉਂਦੀ ਤਾਂ, ਪਰ ਉਹ ਹੋਏ ਕਿ ਥੋੜ੍ਹੀ ਦੂਰ ਚਲੀ, ਉਹਨੇ ਆਪਦਾ ਐਂਗਲ ਆਫ ਰਿਫਰੈਕਸ਼ਨ ਵੱਡਾ ਕਰ ਲਿਆ। ਉਲਟਾ, ਅਗਰ ਇਹਦਾ ਉਲਟਾ ਸਮਝਾਈਏ, ਮੰਨ ਲਓ ਇੱਕ ਬੰਦਾ ਪੰਜਾਬ ਤੋਂ ਬਿਹਾਰ ਆ ਰਿਹਾ, ਪੰਜਾਬ ਤੋਂ ਬਿਹਾਰ, ਉਹਨੇ ਵੇਖਿਆ ਰਸ਼ ਜ਼ਿਆਦਾ ਹੈ, ਜਾਣਾ ਉਹਨੇ ਸਿੱਧਾ ਸੀ, ਉਹਨੇ ਸੋਚਿਆ ਪਾਰ ਕਰਨੀ ਸਟੇਟ, ਥੋੜ੍ਹਾ ਛੋਟਾ ਰਸਤਾ ਅਪਣਾ ਲਵਾਂ, ਆਹ ਨੋਰਮਲ ਸੀ, ਇਹਨੇ ਐਂਗਲ ਕੀ ਕਰ ਲਿਆ, ਉਹਦਾ ਛੋਟਾ ਕਰ ਲਿਆ। ਇਹਦਾ ਮਤਲਬ ਐਂਗਲ ਆਫ ਰਿਫਰੈਕਸ਼ਨ ਕੀ ਹੋ ਜਾਏਗਾ,
ਛੋਟਾ ਹੋ ਜਾਏਗਾ। ਸਮਝ ਲੱਗ ਗਈ। ਹੁਣ ਸਵਾਲ ਸੁਣੋ, ਅ ਰੇ ਆਫ ਲਾਈਟ ਪਾਸਿਸ ਫਰੋਮ ਗਲਾਸ ਟੂ ਏਅਰ, ਇਹਦਾ ਮਤਲਬ ਉੱਪਰ ਗਲਾਸ ਹੈ ਥੱਲੇ ਏਅਰ ਹੈ। ਇਹ ਡੈਂਸਰ ਮੀਡੀਅਮ ਹੈ, ਇਹ ਰੇਅਰ ਹੈ। ਇਹ ਕਿਹੜਾ ਬਿਹਾਰ, ਇਹ ਕਿਹੜਾ ਪੰਜਾਬ। ਹੁਣ ਤੁਸੀਂ ਆਪੇ ਦੱਸੋ, ਜਦੋਂ ਰੇ ਆਫ ਲਾਈਟ ਆ ਨੋਰਮਲ ਹੈ ਤੁਹਾਡੀ ਇੱਥੋਂ ਆਏਗੀ ਤਾਂ ਪੰਜਾਬ 'ਚ ਅਗਰ ਰਸਤਾ ਵੱਡਾ ਕਰਦੀ ਨਾ, ਮਤਲਬ ਜਾਣਾ ਸਿੱਧਾ ਸੀ ਪਰ ਕਿੱਧਰ ਜਾਏਗੀ ਇੱਧਰ, ਤਾਂ ਐਂਗਲ ਆਫ ਰਿਫਰੈਕਸ਼ਨ ਕੀ ਹੋ ਜਾਏਗਾ ਵੱਡਾ। ਉਹਨੇ ਕੀ ਕਿਹਾ, ਦਾ ਐਂਗਲ ਆਫ ਰਿਫਰੈਕਸ਼ਨ ਵਿਲ ਬੀ ਇਕੁਅਲ ਟੂ ਐਂਗਲ ਆਫ ਇੰਸੀਡੈਂਸ, ਇਹਨੂੰ ਕਹਿੰਦੇ ਨੇ ਐਂਗਲ ਆਫ ਇੰਸੀਡੈਂਸ। ਇਹਦੇ ਬਰਾਬਰ ਤਾਂ ਹੋਣਾ ਨਹੀਂ, ਵੱਡਾ ਹੋ ਜਾਏਗਾ, ਓਬਵੀਅਸ ਹੀ ਗੱਲ ਹੈ। ਗ੍ਰੇਟਰ ਦੈਨ ਐਂਗਲ ਆਫ ਇੰਸੀਡੈਂਸ ਕਿ ਸਮੋਲਰ ਦੈਨ ਐਂਗਲ, ਆਪਾਂ ਨੂੰ ਪਤਾ ਹੈ ਆਂਸਰ ਕੀ ਹੋ ਜਾਏਗਾ, ਗ੍ਰੇਟਰ ਦੈਨ ਐਂਗਲ ਆਫ ਇੰਸੀਡੈਂਸ। ਸਮਝ ਲੱਗ ਗਿਆ। ਇੱਥੇ ਵੇਖ ਲਓ ਆਂਸਰ ਕੀ, ਗ੍ਰੇਟਰ ਦੈਨ ਐਂਗਲ ਆਫ ਇੰਸੀਡੈਂਸ। ਵੇਖੋ ਐਂਗਲ ਵੱਡਾ ਹੋ ਗਿਆ ਨਾ। ਚਲੋ ਅਗਲਾ, ਦ ਰੇ ਆਫ ਲਾਈਟ ਟਰੈਵਲਿੰਗ ਫਰੋਮ ਏਅਰ ਗੋਜ਼ ਇਨਟੂ ਵਾਟਰ। ਹੁਣ ਉਲਟਾ ਹੈ, ਹੁਣ ਉੱਪਰ ਏਅਰ ਹੈ ਥੱਲੇ ਵਾਟਰ ਹੈ। ਇਹ ਰੇਅਰ ਮੀਡੀਅਮ ਹੈ, ਇਹ ਡੈਂਸਰ ਮੀਡੀਅਮ ਹੈ। ਹੁਣ ਸੋਚੋ, ਰੇਅਰ ਮਤਲਬ ਪੰਜਾਬ, ਡੈਂਸਰ ਮਤਲਬ ਬਿਹਾਰ। ਹੁਣ ਪੰਜਾਬ ਤੋਂ ਬੰਦਾ ਬਿਹਾਰ ਆਏਗਾ, ਵੇਖੇਗਾ ਬਿਹਾਰ 'ਚ ਤਾਂ ਰਸ਼ ਹੀ ਬਹੁਤ ਜ਼ਿਆਦਾ ਹੈ, ਜਾਣਾ ਸਿੱਧਾ ਸੀ, ਰਸਤਾ ਕੀ ਕਰ ਲਏਗਾ, ਥੋੜ੍ਹਾ ਛੋਟਾ ਕਰ ਲਏਗਾ। ਮਤਲਬ ਕਿੱਧਰ ਮੂਵ ਹੋ ਜਾਏਗਾ, ਟੂਵਰਡ ਦਾ ਨੋਰਮਲ, ਐਂਗਲ ਕੀ ਹੋ ਜਾਏਗਾ ਛੋਟਾ। ਇਹਦਾ ਆਂਸਰ ਕੀ ਆਏਗਾ, ਸਮੋਲਰ ਦੈਨ ਦਾ ਐਂਗਲ ਆਫ ਇੰਸੀਡੈਂਸ। ਸਮਝ ਆ ਗਈ ਸਾਰਿਆਂ ਨੂੰ। ਠੀਕ ਹੈ ਜੀ, ਅੱਗੇ ਕਰਦੇ ਹਾਂ ਆਪਾਂ ਇਸ ਤੋਂ ਬਾਅਦ। ਅਗਲਾ ਕੁਐਸਚਨ ਹੈ, ਦਾ ਸਪੀਡ ਆਫ ਲਾਈਟ ਇਨ ਏਅਰ ਇਜ਼, ਇਹ ਯਾਦ ਰੱਖਣਾ ਹੈ, ਇਹ ਹੁੰਦੀ ਹੈ 3 × 10⁸ ਮੀਟਰ ਪਰ ਸੈਕਿੰਡ, ਮੀਟਰ ਪਰ ਸੈਕਿੰਡ। ਸਮਝ ਲੱਗ ਗਈ। ਇਹਦੇ ਆਪਸ਼ਨ ਕਿਹੜਾ, ਇਹ ਵਾਲਾ, ਸੈਂਟੀਮੀਟਰ ਕਿਲੋਮੀਟਰ 'ਚ ਨਹੀਂ ਜਾਣਾ, ਮੀਟਰ ਪਰ ਸੈਕਿੰਡ 'ਚ ਜਾਣਾ। ਠੀਕ ਹੈ। ਅਗਲਾ ਵੇਖੋ, ਅਗਲਾ ਦ ਰੇ ਆਫ ਲਾਈਟ, ਐਵੇਂ ਸਮਝਦੇ ਹਾਂ, ਦ ਰੇ ਆਫ ਲਾਈਟ ਟਰੈਵਲਿੰਗ ਇਨਟੂ ਗਲਾਸ ਐਂਟਰਸ ਇਨਟੂ ਵਾਟਰ ਓਬਲੀਕਲੀ। ਹੁਣ ਵੇਖੋ ਧਿਆਨ ਨਾਲ ਗੱਲ ਸੁਣਿਆ ਜੀ, ਮੈਂ ਤੁਹਾਨੂੰ 3-4 ਚੀਜ਼ਾਂ ਲਿਖਵਾਉਣ ਲੱਗਿਆ। ਇੱਕ ਗਲਾਸ, ਇੱਕ ਵਾਟਰ, ਇੱਕ ਏਅਰ, ਇੱਕ ਡਾਇਮੰਡ। ਗਲਾਸ ਦਾ ਰਿਫਰੈਕਟਿਵ ਇੰਡੈਕਸ ਹੁੰਦਾ 1.5, ਜਿੱਥੋਂ ਪਤਾ ਲੱਗਦਾ ਵੀ ਕਿੰਨੀ ਡੈਂਸਿਟੀ। ਵਾਟਰ ਦਾ 1.3, ਏਅਰ ਦਾ 1 ਅਤੇ ਡਾਇਮੰਡ ਦਾ 2.42। ਯਾਦ ਰੱਖਣਾ, ਜਿੰਨਾ ਜ਼ਿਆਦਾ ਡੈਂਸਿਟੀ ਹੁੰਦੀ ਓਨੀ ਲਾਈਟ ਦੀ ਸਪੀਡ ਘਟੇਗੀ, ਓਨੀ ਉਹ ਨੋਰਮਲ ਦੇ ਵੱਲ ਬੈਂਡ ਹੋਏਗੀ। ਏਅਰ ਦੀ 1 ਹੁੰਦੀ ਹੈ, ਵਾਟਰ ਦੀ 1.3, ਇਹਨੂੰ 4/3 ਵੀ ਕਹਿੰਦੇ ਨੇ, ਅਤੇ ਗਲਾਸ ਦੀ 1.5, ਇਹਨੂੰ 3/2 ਵੀ ਲਿਖਦੇ ਨੇ, ਅਤੇ ਡਾਇਮੰਡ ਦੀ 2.42। ਡਾਇਮੰਡ ਦੀ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ। ਚਲੋ ਹੁਣ ਉਹਨੇ ਆਪਾਂ ਕੀ ਕਿਹਾ, ਗਲਾਸ ਤੋਂ ਵਾਟਰ 'ਚ ਗਿਆ, ਗਲਾਸ ਦੀ ਕਿੰਨੀ ਸੀ 1.5, ਵਾਟਰ ਦੀ ਕਿੰਨੀ ਸੀ 1.3। ਇਹਦਾ ਮਤਲਬ ਗਲਾਸ ਤੋਂ ਏਅਰ, ਗਲਾਸ ਕੀ ਹੈ ਡੈਂਸਰ ਮੀਡੀਅਮ, ਏਅਰ ਕੀ ਹੈ ਰੇਅਰ ਮੀਡੀਅਮ। ਠੀਕ ਹੈ। ਹੁਣ ਡੈਂਸਰ ਟੂ ਰੇਅਰ, ਡੈਂਸਰ ਕਿਹਨੂੰ ਆਪਾਂ ਕਿਹਾ ਸੀ, ਬਿਹਾਰ ਨੂੰ, ਰੇਅਰ ਕਿਹਨੂੰ ਕਿਹਾ ਸੀ, ਪੰਜਾਬ ਨੂੰ। ਇਹਦਾ ਮਤਲਬ ਹੁਣ ਆਪਾਂ ਬਿਹਾਰ ਤੋਂ ਪੰਜਾਬ ਆਉਣਾ, ਰਸਤਾ ਕੀ ਕਰਾਂਗੇ, ਹੁਣ ਵਾਧੂ ਥਾਂ ਹੈ ਇੱਥੇ, ਬੰਦੇ ਘੱਟ ਨੇ, ਤਾਂ ਕੀ ਹੋਏਗਾ, ਰਸਤਾ ਕੀ ਹੋ ਜਾਏਗਾ ਦੂਰ, ਮਤਲਬ ਐਂਗਲ ਆਫ ਰਿਫਰੈਕਸ਼ਨ ਵੱਡਾ ਹੋ ਜਾਏਗਾ। ਹੁਣ ਉਹਨੇ ਕੀ ਕਿਹਾ, ਵੈਨ ਅ ਰੇ ਆਫ ਲਾਈਟ ਟਰੈਵਲਿੰਗ ਇਨਟੂ ਗਲਾਸ ਐਂਟਰਸ ਇਨਟੂ ਵਾਟਰ, ਗਲਾਸ ਤੋਂ ਵਾਟਰ 'ਚ ਆਈ ਤਾਂ ਮਤਲਬ ਬਿਹਾਰ ਤੋਂ ਪੰਜਾਬ 'ਚ ਆਈ, ਇਟ ਇਜ਼ ਰਿਫੈਕਟਿਡ ਟੂਵਰਡ ਨੋਰਮਲ, ਇਹ ਨੋਰਮਲ ਵੱਲ ਬੈਂਡ ਹੋਏਗੀ ਨਾ, ਇਹ ਤਾਂ ਅਵੇ ਫਰੋਮ ਨੋਰਮਲ ਹੋਏਗੀ। ਤਾਂ ਇਹਦਾ ਆਂਸਰ ਕੀ ਹੈ, ਇਟ ਇਜ਼ ਰਿਫਰੈਕਟਿਡ ਅਵੇ ਫਰੋਮ ਨੋਰਮਲ। ਆਪਾਂ ਹੁਣੇ ਕਿ ਬਿਹਾਰ ਤੋਂ ਪੰਜਾਬ ਆਏਗੀ ਤਾਂ ਰਸਤਾ ਵੱਡਾ ਹੋਏਗਾ, ਜਾਣਾ ਇਸ ਰਸਤੇ ਸੀ ਪਰ ਜਾਏਗੀ ਇਸ ਰਸਤੇ 'ਤੇ, ਕਿਉਂ, ਕਿਉਂਕਿ ਉਹਨਾਂ ਕੋਲ ਟਾਈਮ ਜ਼ਿਆਦਾ, ਰਸ਼ ਘੱਟ ਹੈ ਪੰਜਾਬ 'ਚ, ਤਾਂ ਐਂਗਲ ਕੀ ਹੋ ਜਾਏਗਾ, ਐਂਗਲ ਕੀ ਹੋ ਜਾਏਗਾ, ਵੱਡਾ ਹੋ ਜਾਏਗਾ। ਸਮਝ ਲੱਗ ਗਈ। ਅੱਗੇ ਕਰਦੇ ਹਾਂ। ਅਗਲਾ ਦੇਖੋ, ਇਹ ਉਹੀ ਕੁਐਸਚਨ ਹੈ ਮੈਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਕਰਾਇਆ ਸੀ। ਉਹਨੇ ਕਿਹਾ ਕਿ ਅਗਰ ਮੰਨ ਲਓ ਇੱਕ ਗਲਾਸ ਸਲੈਬ ਹੈ, ਇੱਕ ਲਾਈਟ ਹੈ, ਜਿਹੜੀ ਆਹ ਦੋ ਬਾਊਂਡਰੀਜ਼ ਦੇ ਪੈਰਲਲ ਆਉਂਦੀ, ਪੈਰਲਲ ਦਾ ਮਤਲਬ ਹੋਏਗਾ ਇਸ ਡਾਇਰੈਕਸ਼ਨ 'ਚ ਆਉਂਦੀ ਪਈ ਹੈ, ਕਿਸ ਡਾਇਰੈਕਸ਼ਨ 'ਚ, ਇਸ ਡਾਇਰੈਕਸ਼ਨ 'ਚ, ਤਾਂ ਦੱਸੋ ਬੈਂਡ ਕਰੇਗੀ, ਬੈਂਡ ਤਾਂ ਕਰਨੀ ਨਹੀਂ। ਤਾਂ ਉਹਨੇ ਕਿਹਾ ਦ ਰੇ ਆਫ ਲਾਈਟ, ਇਹਦਾ ਆਂਸਰ ਕੀ ਆਏਗਾ, ਡਜ਼ ਨੋਟ ਰਿਫਰੈਕਟਿਡ, ਕੀ ਹੋਏਗੀ, ਰਿਫਰੈਕਟ ਨਹੀਂ ਕਰੇਗੀ। ਜਦੋਂ ਵੀ ਕੋਈ 90 ਡਿਗਰੀ 'ਤੇ ਆਏਗੀ ਨਾ, 90 ਡਿਗਰੀ 'ਤੇ, ਤਾਂ ਬੈਂਡ ਨਹੀਂ ਕਰਦੀ ਹੁੰਦੀ। ਸਮਝ ਲੱਗ ਗਈ ਜੀ। ਚਲੋ ਅੱਗੇ ਕਰਦੇ ਹਾਂ। ਅੱਗੇ, a ray of light passes from medium x to y, no refraction of light occurs if the, ਉਹ ਕਹਿੰਦਾ ਹੈ ਕਿ ਮੰਨ ਲਓ ਇੱਕ ਮੀਡੀਅਮ x ਹੈ, ਇੱਕ ਮੀਡੀਅਮ y ਹੈ, ਲਾਈਟ x ਤੋਂ y ਵੱਲ ਆਈ ਅਤੇ ਬੈਂਡ ਹੀ ਨਹੀਂ ਕੀਤੀ, ਦੱਸੋ ਉਹਦਾ ਨੋਰਮਲ ਦੇ ਨਾਲ ਜਾਂ ਬਾਊਂਡਰੀ ਦੇ ਨਾਲ ਐਂਗਲ ਕਿੰਨਾ ਆਏਗਾ। ਠੀਕ ਹੈ। ਆ ਬਾਊਂਡਰੀ ਹੈ, ਹੁਣ ਤੁਹਾਨੂੰ ਮੈਂ ਕਿਹਾ ਦੱਸਿਆ ਸੀ, ਜਦੋਂ 90 ਡਿਗਰੀ 'ਤੇ ਆਏਗੀ, ਕਿੰਨੇ ਡਿਗਰੀ 'ਤੇ, 90 ਡਿਗਰੀ 'ਤੇ, ਤਾਂ ਉਹ ਕਦੇ ਰਿਫਰੈਕਟ ਨਹੀਂ ਕਰੇਗੀ। ਹੁਣ ਇਸ ਕੁਐਸਚਨ ਦੋ ਤਰ੍ਹਾਂ ਨਾਲ ਪੁੱਛਿਆ ਜਾ ਸਕਦਾ। ਇੱਕ ਤਾਂ ਇਹ ਪੁੱਛਿਆ ਜਾਏਗਾ ਕਿ ਦੱਸੋ ਲਾਈਟ ਬਾਊਂਡਰੀ ਨਾਲ ਕਿੰਨਾ ਐਂਗਲ ਬਣਾਏਗੀ। ਲਾਈਟ ਆਉਂਦੀ ਵੀ ਹੈ, ਆਹ ਬਾਊਂਡਰੀ ਹੈ, ਤਾਂ ਐਂਗਲ ਕਿੰਨਾ ਬਣਿਆ 90, ਤਾਂ ਆਂਸਰ ਆਏਗਾ 90 ਡਿਗਰੀ। ਅਗਰ ਕੁਐਸਚਨ ਘੁਮਾ ਦੇਣ, ਪੁੱਛਣ ਕਿ ਦੱਸੋ ਜਿਹੜੀ ਲਾਈਟ ਆ ਰਹੀ ਹੈ ਉਹ ਨੋਰਮਲ ਨਾਲ ਕਿੰਨਾ ਐਂਗਲ ਬਣਾਏਗੀ, ਨੋਰਮਲ ਵੀ ਇਹਨੂੰ ਹੀ ਕਹਿੰਦੇ ਨੇ, ਤਾਂ ਫਿਰ ਆਂਸਰ ਕਿੰਨਾ ਆਏਗਾ 0 ਡਿਗਰੀ। ਫਿਰ ਕਿੰਨਾ ਆਏਗਾ 0 ਡਿਗਰੀ। ਪਰ ਇਸ ਕੁਐਸਚਨ 'ਚ ਆਪਾਂ ਨੂੰ ਬਾਊਂਡਰੀ ਨਾਲ ਪੁੱਛਿਆ, ਆਪਾਂ ਆਂਸਰ ਲਿਖਾਂਗੇ 90 ਡਿਗਰੀ। ਠੀਕ ਹੈ। ਅਗਲਾ, ਇਹ ਲੌਂਗ ਆਂਸਰ ਟਾਈਮ ਛੱਡੋ, ਇਹ ਤਾਂ ਆਪਾਂ ਨਹੀਂ ਕਰਨੇ, ਆਪਾਂ ਅੱਗੇ ਵੇਖਦੇ ਹਾਂ। ਹੁਣ ਇੱਕ ਗੱਲ ਹੋਰ ਯਾਦ ਰੱਖਿਆ ਜੇ, ਇੱਕ ਹੁੰਦਾ ਰਿਫਰੈਕਟਿਵ ਇੰਡੈਕਸ, ਇਹ ਹਮੇਸ਼ਾ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਵੈਲੋਸਿਟੀ ਦੇ।
मतलब जिस मीडियम का रिफ्रैक्टिव इंडेक्स ज़्यादा है उनकी वेलोसिटी घट होएगी। रिफ्रैक्टिव इंडेक्स ज़्यादा, वेलोसिटी घट। उन्हें क्या PQRS का रिफ्रैक्टिव इंडेक्स है 1.5, 1.36, 1.77, 1.31। किंदे च स्पीड ज़्यादा है, मतलब हुणे दस्सिया सी रिफ्रैक्टिव इंडेक्स ज़्यादा, स्पीड घट। आपां उल्टा वेखना है, स्पीड ज़्यादा किंदे च है, जिंदा रिफ्रैक्टिव इंडेक्स घट होएगा सारे सुपना घट किंदा 1.31। ये किंदा है एस का आंसर क्या आएगा ओनली एस। समझ आ गया, क्योंकि इनका रिफ्रैक्टिव इंडेक्स घट है तो इनकी स्पीड की रहेगी ज़्यादा रहेगी। समझ लग गई। आगे देखते हैं हुण उन्हें क्या है, फिर अपन रिफ्रैक्टिव इंडेक्स दिता है तो उन्हें क्या है दसो किंदे च रिफ्रैक्शन मैक्सिमम होएगी, मतलब किंदे च आ देखो रिफ्रैक्शन मैक्सिमम मतलब समझाया ध्यान नाल। आ बाउंड्री है, आ नॉर्मल आ रही है, एक रे आ रही है, आप दसना है रिफ्रैक्शन मतलब किंदे च ज़्यादा बेंडिंग होएगी। जे तो इधर चलेगी रिफ्रैक्शन घट जाएगी, जे सीधी चलेगी तो फिर रिफ्रैक्शन हो ही नहीं। जे दूर चलेगी इहदा मतलब एंगल वध गया तो एंगल ऑफ रिफ्रैक्शन वध गया तो रिफ्रैक्शन मैक्सिमम होएगी। दूर कदों जाती है, दूर उदों जाती है जदों देखो इनू थोड़ा होर ईजी तरीके नाल समझाना, लैट मी एक्सप्लेन अगेन। देखो आ तुहाडी बाउंड्री है ना, आप मान लो रेयर मीडियम है डेंसर है, क्योंकि चारों डेंसर मीडियम दिते तो मैं क्वेश्चन के हिसाब से समझाने लग्या। हुण देखो आ तुहाडा नॉर्मल सी, एक रे आई, अगर मान लो डेंसिटी हुण अलग अलग डेंसिटी ते अलग अलग बेंडिंग होएगी, 1.03 ते अलग, 1.13 ते अलग, 1.92 ते अलग होएगी, 1.72 ते अलग होएगी। तुहानूं भी पता है 1.03 ते थोड़ी बेंडिंग होएगी, 1.3 ते थोड़ी ज़्यादा, 1.92 ते बहुत ज़्यादा बेंडिंग होएगी, 1.72 ते विचकार जा करके होएगी। इत्थे 1.9 की बेंडिंग है ना, आ वाली तो 1.7 की बेंडिंग है, आ जी लास्ट वाली 1.03 की बेंडिंग है। जिन्ना रिफ्रैक्टिव इंडेक्स ज़्यादा होएगी उन्नी बेंडिंग ज़्यादा होएगी। हुण उन्हें क्या रिफ्रैक्शन मैक्सिमम दसो किंदे च होएगी, मतलब किंदे च बेंडिंग ज़्यादा होएगी। तो ओबियस गल है जिंदा रिफ्रैक्टिव इंडेक्स ज़्यादा बेंडिंग भी ज़्यादा, तो इहदा आंसर क्या आना चाहिए 1.92 1.92 की बेंडिंग ज़्यादा होएगी, क्योंकि इनका रिफ्रैक्टिव इंडेक्स भी ज़्यादा है। तो इहदा आंसर क्या आएगा ओनली ऑप्शन सी, जिन्ना ज़्यादा रिफ्रैक्टिव इंडेक्स उन्नी बेंड होएगी टुवर्ड द नॉर्मल। याद रखना है, ठीक है। हाँ अगर उल्टा क्वेश्चन पूछता कि एंगल ऑफ रिफ्रैक्शन किंदा ज़्यादा होना सी, फिर जिंदा रिफ्रैक्टिव इंडेक्स घट होंदा, क्योंकि 1.03 से बेंडिंग घट होनी सी तो ए वाला एंगल क्यों होना सी ज़्यादा। इस गल का ध्यान रखना है। अगला, द रिफ्रैक्टिव इंडेक्स ऑफ ग्लास एयर टू ग्लास इज दिस। हुणे क्वेश्चन च ये पूछा है कि अगर रिफ्रैक्टिव इंडेक्स ऑफ एयर तो ग्लास ते जान ते 3/2 है, तो ग्लास तो एयर से जान च कितना है, उल्टा हो जाएगा, बस याद रखा जाए 2/3 कितना हो जाएगा 2/3। 2/3 देखो 4/6 लिखा है ना सी ऑप्शन से, कटिंग करो कि बन गया 2/3। एंड आंसर है सी ऑप्शन, ठीक है। बस याद रखना, पहला एयर टू ग्लास दिता अपन ग्लास टू एयर पूछ लिया, बस उल्टा लिखना आप। अगला, द रिफ्रैक्टिव इंडेक्स ऑफ 4 मीडिया ABCD अपन दिता है। When light traveling in air is incident on these media at equal angles, the angle of refraction will be minimum। ਹੁਣ ਧਿਆਨ ਨਾਲ ਗੱਲ ਸੁਣੋ, ਉਹਨੇ ਕਿਹਾ ਕਿ ਮੰਨ ਲਓ ਇੱਕ ਲਾਈਟ ਆ ਨੋਰਮਲ ਹੈ, ਇੱਥੇ ਇੱਕ ਲਾਈਟ ਆਈ, ਕਿਸ ਹੁਣ ਇੱਥੋਂ ਤੋਂ ਦੇਖੋ ਆ ਰੇਅਰ ਮੀਡੀਅਮ ਹੈ ਡੈਂਸਰ ਹੈ, ਹੁਣ ਆਪਾਂ ਨੂੰ ਪਤਾ ਇਹਨੇ ਜਾਣਾ ਸਿੱਧਾ ਸੀ ਪਰ ਬੈਂਡ ਕਰੇਗੀ ਅੰਦਰ ਨੂੰ। ਹੁਣ ਉਹਨੇ ਕਿਹਾ ਕਿਸ ਕੇਸ 'ਚ ਐਂਗਲ ਆਫ ਰਿਫਰੈਕਸ਼ਨ ਛੋਟਾ ਆਏਗਾ, ਜਿਹਦੇ 'ਚ ਬੈਂਡਿੰਗ ਸਭ ਨਾਲੋਂ ਜ਼ਿਆਦਾ ਹੋਏਗੀ। ਜਿੰਨੀ ਜ਼ਿਆਦਾ ਕੋਲ ਆਏਗੀ ਉਹਨਾਂ ਐਂਗਲ ਆਫ ਰਿਫਰੈਕਸ਼ਨ ਕੀ ਹੋ ਜਾਏਗਾ ਛੋਟਾ। ਅਤੇ ਤੁਸੀਂ ਮੈਨੂੰ ਦੱਸੋ एंगल ऑफ रिफ्रैक्शन छोटा उदों होएगा जो बैंडिंग ज़्यादा होएगी। बैंडिंग ज़्यादा किस केस च होएगी, आप पढ़िया सी बैंडिंग ज़्यादा उदों होंदी है जो रिफ्रैक्टिव इंडेक्स ज़्यादा होए। इहदा आंसर क्या होना चाहिए 1.65 1.65। इहदा मतलब इहदा आंसर क्या होएगा 1.65 ऑप्शन सी, ठीक है। समझ लग गई, जो रिफ्रैक्टिव इंडेक्स ज़्यादा होएगा उदों बैंडिंग ज़्यादा होएगी, मतलब वो ज़्यादा कोल आ जाएगी नॉर्मल दे, तो एंगल ऑफ रिफ्रैक्शन क्या हो जाएगा छोटा हो जाएगा। अगला देखते हैं। अगला रिफ्रैक्ट अपन स्पीड दी रिफ्रैक्टिव इंडेक्स पूछा, मैं तुहानूं हुणे दस्सिया सी कि जिहड़ा रिफ्रैक्टिव इंडेक्स होंदा है दैट इज़ इनवर्सली प्रोपोर्शनल टू वेलोसिटी। हुण उन्हें अपन कहा कि एक सबसटांस है एक्स, उहदे च लाइट की स्पीड है 1.25, एयर च कितनी है 3। दसो रिफ्रैक्टिव इंडेक्स। रिफ्रैक्टिव इंडेक्स का फॉर्मूला होंदा है C/V। C मतलब स्पीड ऑफ लाइट इन एयर डिवाइड बाय स्पीड ऑफ लाइट इन मीडियम। हुण आपां वेखो अगर आप वेखीए तां इहदे च अपनी स्पीड ऑफ लाइट इन एयर कितनी है 3 × 10⁸, तो मीडियम च कितनी 1.25 × 10⁸, 10⁸ ये सब कट्टा गया, इन कटिंग करोगे तो आएगा 2.4। कितना आएगा 2.4। ये जो ऑप्शन है ना 2.4, ये ऑप्शन का आंसर हो गया, ठीक है जी। अगला द रिफ्रैक्टिव, हम अपन फिर 4 रिफ्रैक्टिव इंडेक्स दिते हुए हैं। उन्होंने पूछा वन लाइट ट्रैवलिंग इन एयर इंसिडेंट ऑन द सबस्टान एट इक्वल एंगल्स द एंगल ऑफ रिफ्रैक्शन विल बी मैक्सिमम। उन्होंने एंगल ऑफ रिफ्रैक्शन पूछा है। देखो
ਆ ਨੋਰਮਲ ਹੁੰਦੀ ਹੈ, ਆ ਜਿਸ ਐਂਗਲ ਤੇ ਆਉਂਦੀ ਉਹਨੂੰ ਕਹਿੰਦੇ ਐਂਗਲ ਆਫ ਇੰਸੀਡੈਂਸ। ਹੁਣ ਜਾਣਾ ਸਿੱਧਾ ਸੀ ਪਰ ਸਿੱਧੀ ਜਾਣਾ ਨਹੀਂ, ਤੁਹਾਨੂੰ ਪਤਾ ਹੈ ਡੈਂਸਰ ਮੀਡੀਅਮ 'ਚ ਗਈ ਹੈ ਤਾਂ ਟੂਵਰਡ ਦਾ ਨੋਰਮਲ ਥੋੜ੍ਹੀ ਬੈਂਡ ਤਾਂ ਹੋਏਗੀ, ਹੈ ਨਾ। ਇਹਨੂੰ ਕਹਿੰਦੇ ਨੇ ਐਂਗਲ ਆਫ ਰਿਫਰੈਕਸ਼ਨ। ਹੁਣ ਐਂਗਲ ਆਫ ਰਿਫਰੈਕਸ਼ਨ ਮੈਕਸਿਮਮ ਕਦੋਂ ਹੋਏਗਾ? ਮੈਕਸਿਮਮ ਉਦੋਂ ਹੋਏਗਾ ਜਦੋਂ ਬੈਂਡਿੰਗ ਘੱਟ ਹੋਏਗੀ, ਹੈ ਨਾ। ਜੇ ਨਾਲ ਚ ਨੇੜੇ ਹੋ ਗਿਆ ਤਾਂ ਐਂਗਲ ਆਫ ਰਿਫਰੈਕਸ਼ਨ ਛੋਟਾ ਹੋ ਗਿਆ, ਆਪਾਂ ਐਂਗਲ ਮਾਪਣਾ ਤੇ ਬੈਂਡਿੰਗ ਘੱਟ ਹੋਏਗੀ ਤਾਂ ਰਿਫਰੈਕਸ਼ਨ ਜ਼ਿਆਦਾ ਹੋਏਗੀ ਨਾ, ਐਂਗਲ ਆਫ ਰਿਫਰੈਕਸ਼ਨ ਜ਼ਿਆਦਾ ਹੋਏਗਾ। ਆਪਾਂ ਚਾਹੁੰਦੇ ਹਾਂ ਬੈਂਡਿੰਗ ਘੱਟ ਹੋਵੇ। ਬੈਂਡਿੰਗ ਘੱਟ ਕਿਦੋਂ ਹੁੰਦੀ ਹੈ? ਜਦੋਂ ਰਿਫਰੈਕਟਿਵ ਇੰਡੈਕਸ ਵੀ ਘੱਟ ਹੋਵੇ, ਹੈ ਨਾ। ਹੁਣ ਇਹਨਾਂ ਚਾਰਾਂ 'ਚ ਰਿਫਰੈਕਟਿਵ ਇੰਡੈਕਸ ਘੱਟ ਕਿੰਦਾ 1.33, ਇਹ ਕਿੰਦਾ ਐਸ ਦਾ, ਇਹਦਾ ਆਂਸਰ ਕੀ ਹੋਏਗਾ ਐਸ, ਕਿਉਂਕਿ ਐਸ ਦਾ ਰਿਫਰੈਕਟਿਵ ਇੰਡੈਕਸ ਘੱਟ ਹੈ। ਇਸ ਕਰਕੇ ਜਦੋਂ ਲਾਈਟ ਆਏਗੀ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ 'ਚ ਤਾਂ ਥੋੜ੍ਹੀ ਜਿਹੀ ਨੋਰਮਲ ਵੱਲ ਜਾਏਗੀ, ਜ਼ਿਆਦਾ ਨਹੀਂ ਥੋੜ੍ਹੀ ਜਿਹੀ, ਤਾਂ ਆਹ ਵਾਲਾ ਐਂਗਲ ਕੀ ਰਹੇਗਾ? ਵੱਡਾ ਹੀ ਰਹੇਗਾ। ਹਾਂ, ਅਗਰ 2.52 ਹੁੰਦੀ ਤਾਂ ਮੰਨ ਲਓ ਜਦੋਂ ਇੱਕ ਮੀਡੀਅਮ ਤੋਂ ਲਾਈਟ ਦੂਜੇ ਜਾਂਦੀ ਤਾਂ ਬਹੁਤ ਜ਼ਿਆਦਾ ਨੇੜੇ ਆਏ ਨਹੀਂ ਸੀ, ਐਂਗਲ ਬਹੁਤ ਛੋਟਾ ਹੋ ਜਾਣਾ ਸੀ। ਆਪਾਂ ਐਂਗਲ ਵੱਡਾ ਚਾਹੁੰਦੇ ਹਾਂ ਨਾ, ਤਾਂ ਆਂਸਰ ਕੀ ਆਏਗਾ? ਜਿੰਦਾ ਰਿਫਰੈਕਟਿਵ ਇੰਡੈਕਸ ਘੱਟ ਹੋਏਗਾ ਉਨੀ ਹੀ ਘੱਟ ਬੈਂਡਿੰਗ ਹੋਏਗੀ, ਉਨੀ ਘੱਟ ਬੈਂਡਿੰਗ ਤਾਂ ਐਂਗਲ ਆਫ ਰਿਫਰੈਕਸ਼ਨ ਉਨਾ ਹੀ ਜ਼ਿਆਦਾ ਹੋਏਗਾ। ਅਗਲਾ, ਦਾ ਰਿਫਰੈਕਟਿਵ ਇੰਡੈਕਸ ਆਫ ਵਾਟਰ, ਮੈਂ ਹੁਣੇ ਤੁਹਾਨੂੰ ਦੱਸਿਆ ਸੀ ਗਲਾਸ ਦਾ ਕਿੰਨਾ ਸੀ 1.5, ਵਾਟਰ ਦਾ ਕਿੰਨਾ ਸੀ 1.33, ਜਾਂ ਇਹਨੂੰ ਕੀ ਕਹਿੰਦੇ ਸੀ 4/3 ਵੀ ਕਹਿੰਦੇ ਸੀ, ਠੀਕ ਹੈ। ਅਤੇ ਡਾਇਮੰਡ ਦਾ ਤੁਹਾਨੂੰ ਦੱਸਿਆ ਸੀ 2.42। ਹੁਣ ਆਪਾਂ ਕਿੰਨਾ ਪੁੱਛਿਆ ਇਹਨਾਂ ਨੇ? ਵਾਟਰ ਦਾ, ਤਾਂ ਆਂਸਰ ਆਏਗਾ 1.33, ਠੀਕ ਹੈ ਜੀ। ਅਗਲਾ, ਦਾ ਰਿਫਰੈਕਟਿਵ ਇੰਡੈਕਸ ਆਫ ਵਾਟਰ ਵਿਦ ਰਿਸਪੈਕਟ ਟੂ ਏਅਰ, ਜਿਸ ਹੁਣ ਤੁਹਾਨੂੰ ਹੁਣੇ ਦੱਸਿਆ ਸੀ। ਉਹਨੇ ਕਿਹਾ ਰਿਫਰੈਕਟਿਵ ਇੰਡੈਕਸ ਆਫ ਵਾਟਰ ਵਿਦ ਰਿਸਪੈਕਟ ਟੂ ਏਅਰ ਅਗਰ 4/3 ਹੈ ਤਾਂ ਰਿਫਰੈਕਟਿਵ ਇੰਡੈਕਸ ਆਫ ਏਅਰ ਵਿਦ ਰਿਸਪੈਕਟ ਟੂ ਵਾਟਰ ਕਿੰਨਾ ਹੋਏਗਾ? 3/4, ਉਲਟਾ ਹੋਏਗਾ ਨਾ। 3/4 ਕਿੰਨਾ? 0.75, ਤਾਂ ਇਹਦਾ ਆਂਸਰ ਕੀ ਹੋਏਗਾ? 0.75। ਅਗਲਾ, ਦਾ ਰਿਫਰੈਕਟਿਵ ਇੰਡੈਕਸ ਆਫ, ਹੁਣ ਆਪਾਂ ਨੂੰ ਫਿਰ ਚਾਰ ਚੀਜ਼ਾਂ ਦਾ ਰਿਫਰੈਕਟਿਵ ਇੰਡੈਕਸ ਦਿੱਤਾ ਹੈ। ਹੁਣ ਦੱਸਿਆ ਲਾਈਟ ਟਰੈਵਲ ਸਲੋਐਸਟ ਇਨ, ਮੈਂ ਤੁਹਾਨੂੰ ਹੁਣੇ ਦੱਸਿਆ ਸੀ ਰਿਫਰੈਕਟਿਵ ਇੰਡੈਕਸ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਵੈਲੋਸਿਟੀ। ਜਿੰਦੇ 'ਚ ਰਿਫਰੈਕਟਿਵ ਇੰਡੈਕਸ ਜ਼ਿਆਦਾ ਵੈਲੋਸਿਟੀ ਕੀ ਹੋਏਗੀ? ਘੱਟ। ਹੁਣ ਉਹਨੇ ਪੁੱਛਿਆ ਕਿਸ 'ਚ ਸਲੋਐਸਟ ਚੱਲੇਗਾ? ਜਿੰਦਾ ਰਿਫਰੈਕਟਿਵ ਇੰਡੈਕਸ ਜ਼ਿਆਦਾ ਹੋਏਗਾ। ਜ਼ਿਆਦਾ ਇਹਦੇ 'ਚ ਕਿਹੜਾ 1.63, ਇਹ ਕਿੰਦਾ ਹੈ? ਇੱਕ ਕਾਰਬਨ ਡਾਈਸਲਫਾਈਡ ਦਾ, ਇਹਦਾ ਆਂਸਰ ਕੀ ਹੋ ਜਾਏਗਾ? ਕਾਰਬਨ ਡਾਈਸਲਫਾਈਡ, ਕਿਉਂਕਿ ਇਹਦਾ ਰਿਫਰੈਕਟਿਵ ਇੰਡੈਕਸ ਜ਼ਿਆਦਾ ਹੈ ਤਾਂ ਸਪੀਡ ਇਹਦੇ 'ਚ ਕੀ ਰਹੇਗੀ? ਘੱਟ ਰਹੇਗੀ, ਠੀਕ ਹੈ ਜੀ। ਅਗਲਾ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ ਏਅਰ, ਗਲਾਸ ਵਿਦ ਰਿਸਪੈਕਟ ਟੂ ਏਅਰ ਕਿੰਨਾ ਹੈ? 3/2। ਵਾਟਰ ਵਿਦ ਰਿਸਪੈਕਟ ਟੂ ਏਅਰ, ਵਾਟਰ ਵਿਦ ਰਿਸਪੈਕਟ ਟੂ ਏਅਰ ਕਿੰਨਾ ਹੈ? 4/3। ਹੁਣ ਗਲਾਸ ਵਿਦ ਰਿਸਪੈਕਟ ਟੂ ਵਾਟਰ ਪੁੱਛਿਆ ਹੈ, ਦੇਖੋ ਸਿੱਧੀ ਜਿਹੀ ਗੱਲ ਹੈ, ਜਿੰਦਾ ਪੁੱਛਿਆ ਉਹਨੂੰ ਪਹਿਲਾਂ ਅੱਗੇ ਉੱਪਰ ਰੱਖੋ, ਜਿੰਦਾ ਬਾਅਦ 'ਚ ਪੁੱਛਿਆ ਉਹਨੂੰ ਥੱਲੇ ਰੱਖੋ। ਉਹਨੇ ਆਪਾਂ ਨੂੰ ਪੁੱਛਿਆ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ ਵਾਟਰ, ਤਾਂ ਉੱਪਰ ਰੱਖੋ ਗਲਾਸ ਦਾ, ਥੱਲੇ ਰੱਖੋ ਵਾਟਰ ਦਾ, ਤਾਂ 3/2 ਡਿਵਾਈਡ ਬਾਏ 4/3। ਤਾਂ ਜਦੋਂ ਉਹਨੂੰ ਡਿਵਾਈਡ ਕਰਨੇ ਆ 3/2 ਨੂੰ 3 ਲਿਖਿਆ ਨਹੀਂ ਜਾਂਦਾ, ਸੌਰੀ, ਉੱਪਰ ਰੱਖਣਾ ਸੀ ਆਪਾਂ ਗਲਾਸ ਦਾ 3/2, ਥੱਲੇ ਸੀ ਵਾਟਰ ਦਾ। ਜਦੋਂ ਆਪਾਂ ਡਿਵਾਈਡ ਕਰਨੇ ਆ ਉਹ ਉਲਟਾ ਹੋ ਜਾਂਦਾ, ਤਾਂ ਕੀ ਬਣ ਜਾਏਗਾ 3/4, ਇਹ ਬਣ ਗਿਆ 9/8। ਕਿੰਨਾ ਬਣ ਗਿਆ? 9/8। ਇਹਨੂੰ ਸੋਲਵ ਕਰੋਗੇ ਤਾਂ ਆਏਗਾ 1.125, ਠੀਕ ਹੈ ਜੀ। ਤੁਸੀਂ ਸਾਰੇ ਆਂਸਰ ਰੱਟੇ ਮਾਰ ਲਓ, ਆਂਸਰ ਕੁਐਸਚਨ ਇਹੀ ਆਣੇ ਨੇ, ਠੀਕ ਹੈ ਜੀ। ਅਗਲਾ ਕੁਐਸਚਨ ਹੈ, ਦ ਕਨਵੈਕਸ ਲੈਂਸ ਹੈਜ਼ ਫੋਕਲ ਲੈਂਥ 10 cm, at which of the following position should an object be placed so that this convex lens act as a magnifying glass। ਦੇਖੋ ਕਨਵੈਕਸ ਲੈਂਸ ਦੇ ਅੰਦਰ ਆ ਵੇਖੋ ਚਾਰ, ਇੱਕ F ਹੈ, ਇੱਕ 2F ਹੈ। ਅਗਰ ਤੁਸੀਂ F ਤੋਂ ਅੱਗੇ ਜਦੋਂ ਵੀ ਆਬਜੈਕਟ ਰੱਖੋਗੇ ਨਾ, ਹਮੇਸ਼ਾ ਇਮੇਜ ਵਰਚੁਅਲ ਬਣੇਗੀ, ਇੱਕ ਇਰੈਕਟ ਬਣੇਗੀ ਅਤੇ ਇੱਕ ਮੈਗਨੀਫਾਈਂਗ ਬਣੇਗੀ। ਹੁਣ ਆਪਾਂ ਨੂੰ ਦੱਸਦਾ ਹੋਇਆ ਕਿ ਆਹ ਆਪਣਾ ਲੈਂਸ ਹੈ, ਇੱਥੋਂ ਲੈ ਕੇ ਫੋਕਲ ਲੈਂਥ ਕਿੰਨੀ ਹੈ? 10 cm। ਕਿੰਨੀ ਹੈ? 10 cm। ਹੁਣ ਜਦੋਂ ਆਪਾਂ ਇਹਦੇ ਵਿਚਕਾਰ ਕੋਈ ਵੀ ਆਬਜੈਕਟ ਰੱਖਾਂਗੇ, ਇੱਥੇ ਕਰਕੇ ਜਿਵੇਂ ਰੱਖਿਆ ਇਹਨਾਂ ਨੇ ਇਮੇਜ ਦੇ ਅੰਦਰ, ਇਮੇਜ ਹਮੇਸ਼ਾ ਵਰਚੁਅਲ ਬਣੇਗੀ। ਤਾਂ 0 ਤੋਂ 10 ਦੇ ਵਿਚਕਾਰ ਹਮੇਸ਼ਾ ਕੀ ਬਣੇਗੀ? ਵਰਚੁਅਲ ਅਤੇ ਮੈਗਨੀਫਾਈਂਗ। ਹੁਣ ਆਪਾਂ ਮੈਗਨੀਫਾਈਂਗ ਇਮੇਜ ਪ੍ਰੋਡਿਊਸ ਕਰਨੀ ਹੈ, ਇਹਦਾ ਮਤਲਬ ਆਪਣਾ ਆਬਜੈਕਟ 10 cm ਤੋਂ ਪਹਿਲਾਂ ਪਿਆ ਹੋਣਾ ਚਾਹੀਦਾ। ਇੱਥੇ 10 cm ਹੈ, ਇਹਨੂੰ 0 ਕਹਿੰਦੇ ਆਪਾਂ, ਇਹਨਾਂ ਵਿਚਕਾਰ ਹੋਣਾ ਚਾਹੀਦਾ ਨਾ, ਤਾਂ ਆਂਸਰ ਕੀ ਆਏਗਾ? 7 cm। ਦੇਖੋ 15 cm ਕੀ ਹੈ? ਜਿਹੜਾ ਫੋਕਲ ਲੈਂਥ ਤੋਂ ਪਿੱਛੇ, 20 ਵੀ ਫੋਕਲ ਲੈਂਥ ਤੋਂ ਪਿੱਛੇ ਹੈ, 25 ਵੀ ਫੋਕਲ ਲੈਂਥ ਤੋਂ ਪਿੱਛੇ, ਸਿਰਫ 7 cm ਅੱਗੇ ਹੈ। ਤਾਂ ਜਦੋਂ ਆਪਾਂ ਚਾਹੁੰਦੇ ਹਾਂ ਕਿ ਇਮੇਜ ਵਰਚੁਅਲ ਬਣੇ ਤਾਂ ਹੋਣਾ ਕੀ ਚਾਹੀਦਾ ਹੈ? ਆ ਲੈਂਸ ਹੈ, ਆ ਫੋਕਲ ਲੈਂਥ ਹੈ, ਇਹਨੂੰ ਆਪਟੀਕਲ ਸੈਂਟਰ ਕਹਿੰਦੇ ਆ, ਦੋਵਾਂ ਦੇ ਵਿਚਕਾਰ ਆਬਜੈਕਟ ਹੋਣਾ ਚਾਹੀਦਾ। ਫੋਕਲ ਲੈਂਥ ਆਪਾਂ ਨੂੰ 10 cm ਦਿੱਤੀ ਹੈ, ਮਤਲਬ ਆਪਣਾ ਆਬਜੈਕਟ 0 ਤੋਂ 10 ਦੇ ਵਿਚਕਾਰ ਪਿਆ ਹੋਣਾ ਚਾਹੀਦਾ। ਤਾਂ ਜਿਹੜਾ 7 cm ਦੇ ਅਗਰ ਕੋਈ ਆਬਜੈਕਟ ਰੱਖਾਂਗੇ ਤਾਂ ਇਮੇਜ ਕੀ ਬਣੇਗੀ? ਮੈਗਨੀਫਾਈਂਗ ਬਣੇਗੀ, ਠੀਕ ਹੈ ਜੀ। ਹੁਣ ਵਿਚ ਆਫ ਦ ਫੋਲੋਇੰਗ ਮਟੀਰੀਅਲ ਕੈਨੋਟ ਬੀ ਯੂਜ਼ਡ ਐਜ਼ ਲੈਂਸ। ਦੇਖੋ ਲੈਂਸ ਕੀ ਹੁੰਦਾ ਹੈ? ਜਦੋਂ ਕੋਈ ਵੀ ਦੋ ਬਾਊਂਡਰੀਜ਼ ਦੇ ਵਿਚਕਾਰ ਕੋਈ ਨਵਾਂ ਮਟੀਰੀਅਲ ਫਿਲ ਕਰ ਦਿਓ ਜਿਹੜਾ ਕਿ ਟਰਾਂਸਪੇਰੈਂਟ ਹੋਵੇ, ਇਹ ਇੰਪੋਰਟੈਂਟ ਗੱਲ ਹੈ, ਉਹਨੂੰ ਆਪਾਂ ਲੈਂਸ ਕਹਿੰਦੇ ਹਾਂ। ਵਾਟਰ ਵੀ ਟਰਾਂਸਪੇਰੈਂਟ ਹੈ, ਗਲਾਸ ਵੀ ਟਰਾਂਸਪੇਰੈਂਟ ਹੈ, ਪਲਾਸਟਿਕ ਵੀ ਟਰਾਂਸਪੇਰੈਂਟ, ਕਲੇ ਟਰਾਂਸਪੇਰੈਂਟ ਨਹੀਂ ਹੁੰਦਾ। ਇਹਦਾ ਮਤਲਬ ਕਲੇ ਨਾਲ ਕਦੇ ਵੀ ਲੈਂਸ ਨਹੀਂ ਬਣ ਸਕਦਾ। ਇਹਦਾ ਆਂਸਰ ਕੀ ਹੋਏਗਾ? ਕਲੇ। ਇਹਦਾ ਆਂਸਰ ਕੀ ਹੋਏਗਾ? ਕਲੇ, ਠੀਕ ਹੈ ਜੀ।
ਅੱਗੇ ਅੱਗੇ ਹੈ a small bulb is placed at focal point of converging lens when the bulb is fixed on the lens produce। ਦੇਖੋ ਜਦੋਂ ਵੀ ਕਨਵੈਕਸ ਲੈਂਸ ਦੇ ਅੰਦਰ ਫੋਕਸ ਤੇ ਆਪਾਂ ਕੋਈ ਆਬਜੈਕਟ ਰੱਖਨੇ ਆ ਤਾਂ ਉਹ ਹਮੇਸ਼ਾ ਇਮੇਜ ਕਿੱਥੇ ਬਣਾਉਂਦਾ ਹੈ, ਇਨਫਿਨਿਟੀ ਤੇ ਯਾਦ ਰੱਖਣਾ ਹੈ, ਪੈਰਲਲ ਬੀਮ ਬਣਾਉਂਦਾ ਹੈ। ਹੁਣ ਇਹਨਾਂ ਨੇ ਕੀ ਕਿਹਾ ਵੀ ਇੱਕ ਲੈਂਸ ਦੇ ਫੋਕਸ ਉੱਤੇ ਇੱਕ ਬਲਬ ਰੱਖਤਾ, ਜਦੋਂ ਬਲਬ ਔਨ ਕਰਾਂਗੇ ਤਾਂ ਇਹ ਕਿਹੜੀ ਬੀਮ ਪ੍ਰੋਡਿਊਸ ਕਰੇਗਾ, ਇੱਕ ਪੈਰਲਲ ਬੀਮ ਪ੍ਰੋਡਿਊਸ ਕਰੇਗਾ। ਕਿਹੜੀ ਬੀਮ? ਪੈਰਲਲ। ਤਾਂ ਨਾਮ ਸੀਗਾ ਪੈਰਲਲ ਬੀਮ ਆਫ ਲਾਈਟ। ਠੀਕ ਹੈ ਜੀ। ਦੇਖੋ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਣ ਲੱਗਿਆ, ਮੈਨੂੰ ਲੱਗਦਾ ਮਿਸ ਹੋ ਗਈ ਸੀ, ਦੁਬਾਰਾ ਦੱਸ ਦੇਣਾ। ਕੀ ਹੋ ਗਿਆ ਨਾ? ਦੇਖੋ ਗੱਲ ਰਿਪੀਟ ਕਰਨ ਲੱਗਿਆ ਕਿ ਅਗਰ ਕਦੇ ਵੀ ਲੈਂਸ ਦੇ F ਅਤੇ 2F ਦੇ ਵਿਚਕਾਰ ਕੋਈ ਵੀ ਓਬਜੈਕਟ ਰੱਖੋਗੇ ਤਾਂ ਇਮੇਜ ਹਮੇਸ਼ਾ ਆਪੋਜ਼ਿਟ ਸਾਈਡ 'ਤੇ ਬਣੇਗੀ। ਇੱਕ ਤਾਂ ਵੱਡੀ ਬਣੇਗੀ ਮੈਗਨੀਫਾਈਡ, ਇੱਕ ਰੀਅਲ ਬਣੇਗੀ ਕਿ ਜਦੋਂ ਪੁੱਠੀ ਇਮੇਜ ਹੁੰਦੀ ਹੈ ਰੀਅਲ ਹੁੰਦੀ ਹੈ, ਇੱਕ ਇਨਵਰਟਿਡ ਬਣੇਗੀ। ਇਹਦੀ ਮੈਗਨੀਫਿਕੇਸ਼ਨ ਕੀ ਹੋਏਗੀ? ਨੈਗੇਟਿਵ, ਕਿਉਂਕਿ ਥੱਲੇ ਨੂੰ ਬਣੀ ਹੈ। ਯਾਦ ਰੱਖਣਾ, ਰੀਅਲ ਬਣੇਗੀ, ਇਨਵਰਟਿਡ ਬਣੇਗੀ ਅਤੇ ਮੈਗਨੀਫਾਈਡ ਬਣੇਗੀ। ਗੱਲ ਯਾਦ ਰੱਖਣੀ ਹੈ। ਹੁਣ ਉਹਨੇ ਕਿਹਾ ਹੈ ਕਿ ਇੱਕ ਲੈਂਸ ਦੇ ਅੰਦਰ ਇੱਕ ਲੈਂਸ ਹੈ, ਉਹਦੀ ਫੋਕਲ ਲੈਂਥ ਕਿੰਨੀ ਹੈ? 15 ਸੈਂਟੀਮੀਟਰ। ਤਾਂ 2F ਕਿੰਨਾ ਹੋਏਗਾ? 30 ਸੈਂਟੀਮੀਟਰ। ਉਹਨੇ ਇੱਕ 20 ਸੈਂਟੀਮੀਟਰ 'ਤੇ ਓਬਜੈਕਟ ਰੱਖਿਆ, ਤਾਂ ਦੱਸੋ ਇਮੇਜ ਕਿਵੇਂ ਬਣੇਗੀ? ਤੁਹਾਨੂੰ ਹੁਣੇ ਦੱਸਿਆ ਕਿ ਇਮੇਜ ਕਿਵੇਂ ਬਣੇਗੀ। ਇੱਕ ਤਾਂ ਬਣੇਗੀ ਇਨਵਰਟਿਡ, ਇੱਕ ਬਣੇਗੀ ਮੈਗਨੀਫਾਈਡ। ਹੁਣੇ ਦੱਸਿਆ ਸੀ ਨਾ, ਪੁੱਠੀ ਬਣੇਗੀ ਅਤੇ ਵੱਡੀ ਬਣੇਗੀ। ਠੀਕ ਹੈ। ਅਗਲਾ ਦੇਖੋ, ਅਗਲਾ ਕੁਐਸਚਨ ਵੀ ਸੇਮ ਹੈ। ਉਹ ਕਹਿੰਦਾ F ਅਤੇ 2F ਦੇ ਵਿਚਕਾਰ ਅਗਰ ਆਪਾਂ ਓਬਜੈਕਟ ਰੱਖਾਂਗੇ ਤਾਂ ਇਮੇਜ ਕਿਹੋ ਜਿਹੀ ਬਣੇਗੀ? ਤੁਹਾਨੂੰ ਹੁਣੇ ਦੱਸਿਆ ਇਮੇਜ ਬਣੇਗੀ ਰੀਅਲ ਅਤੇ ਲਾਰਜਰ। ਰੀਅਲ ਇਮੇਜ ਬਣਦੀ ਥੱਲੇ ਪੁੱਠੀ ਬਣੇਗੀ, ਹੈ ਨਾ, ਅਤੇ ਲਾਰਜਰ ਵੱਡੀ ਵੀ ਸਾਈਜ਼ 'ਤੇ ਬਣੇਗੀ, ਆਪਾਂ ਹੁਣੇ ਪੜ੍ਹਿਆ। ਅਗਲਾ ਉਹ ਕਹਿੰਦਾ ਜੀ ਇਹ ਅਗਰ ਪੈਰਲਲ ਬੀਮ ਆਫ ਲਾਈਟ ਹੈ ਜਿਹੜੀ ਇੱਕ ਬਲਬ ਤੋਂ ਆ ਰਹੀ ਹੈ, ਦੱਸੋ ਕਿਹੜਾ ਇਹਨਾਂ 'ਚੋਂ ਕਿਹੜੀ ਚੀਜ਼ ਪੈਰਲਲ ਬੀਮ ਆਫ ਲਾਈਟ ਬਣਾ ਸਕਦੀ ਹੈ ਬਲਬ ਤੋਂ? ਦੇਖੋ ਮੈਂ ਤੁਹਾਨੂੰ ਹੁਣੇ ਦੱਸਿਆ ਸੀ, ਇੱਕ ਤਾਂ ਕਨਵੈਕਸ ਲੈਂਸ, ਹੁਣੇ ਦੱਸਿਆ ਸੀ ਨਾ ਕਿ ਅਗਰ ਫੋਕਸ 'ਤੇ ਓਬਜੈਕਟ ਹੋਵੇ ਤਾਂ ਇਮੇਜ ਕੀ ਬਣਦੀ ਹੈ? ਪੈਰਲਲ ਬੀਮ ਆਫ ਲਾਈਟ। ਐਵੇਂ ਇੱਕ ਕਨਕੇਵ ਮਿਰਰ ਹੁੰਦਾ, ਉਹ ਵੀ ਐਵੇਂ ਕਰਦਾ। ਕਨਕੇਵ ਮਿਰਰ 'ਚ ਕੀ ਹੁੰਦਾ, ਅਗਰ ਕੋਈ ਇੱਥੇ ਫੋਕਸ ਹੈ, ਮੰਨ ਲਓ ਆਪਾਂ ਇੱਥੇ ਕੋਈ ਓਬਜੈਕਟ ਰੱਖਤਾ, ਇੱਥੇ ਕਲੀਅਰ ਰੇ ਆਫ ਲਾਈਟ ਆਏਗੀ, ਉਹ ਫੋਕਸ 'ਚ ਪਾਸ ਕਰੇਗੀ, ਜਿਹੜੀ ਆਪਟੀਕਲ ਸੈਂਟਰ 'ਤੇ ਆਏਗੀ ਉਹ ਵੀ ਪੈਰਲਲ ਜਾਏਗੀ। ਠੀਕ ਹੈ। ਤਾਂ ਇਹਦਾ ਮਤਲਬ ਇੱਕ ਕਨਕੇਵ ਮਿਰਰ ਅਤੇ ਇੱਕ ਕਨਵੈਕਸ ਲੈਂਸ ਕੀ ਹਮੇਸ਼ਾ ਪੈਰਲਲ ਬੀਮ ਆਫ ਲਾਈਟ ਬਣਾ ਸਕਦੇ ਨੇ। ਇਹਦਾ ਆਪਸ਼ਨ ਕੀ ਆਏਗਾ? ਕਨਕੇਵ ਮਿਰਰ ਐਂਡ ਕਨਵੈਕਸ ਲੈਂਸ। ਤੁਹਾਨੂੰ ਸਮਝ ਨਹੀਂ ਵੀ ਆਉਂਦਾ, ਕੋਸ਼ਿਸ਼ ਕਰੋ ਸਮਝਣ ਦੀ। ਵੈਸੇ ਤਾਂ ਨਹੀਂ ਸਮਝ ਆਉਂਦਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਰੱਟਾ ਮਾਰ ਲਓ, ਪੇਪਰ ਦੇ 'ਚੋਂ ਹੀ ਆਉਣਾ। In order to obtain a real image twice the size of object with convex lens of focal length 15 centimeter, the distance of object should be। ਉਹ ਕਹਿੰਦਾ ਆਪਾਂ ਰੀਅਲ ਇਮੇਜ ਚਾਹੀਦੀ ਆਪਾਂ ਨੂੰ, ਫੋਕਲ ਲੈਂਥ ਕਿੰਨੀ ਹੈ? 15 ਸੈਂਟੀਮੀਟਰ। ਦੇਖੋ ਰੀਅਲ ਇਮੇਜ ਚਾਹੀਦੀ ਹੈ, ਉੱਤੋਂ 2 ਗੁਣਾ ਚਾਹੀਦੀ ਹੈ, ਮਤਲਬ ਮੈਗਨੀਫਾਈਡ, ਸਾਈਜ਼ ਵੱਡਾ ਹੋਣਾ ਚਾਹੀਦਾ। ਤੁਹਾਨੂੰ ਦੱਸਿਆ ਰੀਅਲ ਅਤੇ ਮੈਗਨੀਫਾਈਡ ਕਿਦੋਂ ਬਣਦੀ ਹੈ? ਜਦੋਂ ਵੀ ਕਨਵੈਕਸ ਲੈਂਸ ਅਤੇ F ਅਤੇ 2F ਦੇ ਵਿਚਕਾਰ ਆਪਾਂ ਓਬਜੈਕਟ ਰੱਖਾਂਗੇ, F ਅਤੇ 2F ਦੇ ਵਿਚਕਾਰ ਹਮੇਸ਼ਾ ਇਮੇਜ ਰੀਅਲ ਅਤੇ ਮੈਗਨੀਫਾਈਡ ਬਣੇਗੀ। ਅਗਰ ਇਹਦਾ F15 ਹੈ ਤਾਂ 2F ਕਿੰਨਾ ਹੋਏਗਾ? 30, ਮਤਲਬ 15 ਤੋਂ 30 ਦੇ ਵਿਚਕਾਰ ਰੱਖਾਂਗੇ। ਹੁਣ ਤੁਸੀਂ ਆਪਸ਼ਨ ਵੇਖੋ, ਮੋਰ ਦੈਨ 15 ਅਤੇ ਲੈਸ ਦੈਨ 30। ਹੁਣੇ ਆਪਾਂ ਪੜ੍ਹਿਆ ਨਾ ਕਿ ਜਦੋਂ ਵੀ ਤੁਸੀਂ ਓਬਜੈਕਟ ਆ F ਹੈ, ਆ 2F ਹੈ, 15 ਤੋਂ 30 ਦੇ ਵਿਚਕਾਰ ਰੱਖੋਗੇ ਤਾਂ ਇਮੇਜ ਕੀ ਬਣੇਗੀ? ਰੀਅਲ ਐਂਡ ਮੈਗਨੀਫਾਈਡ ਬਣੇਗੀ। ਠੀਕ ਹੈ ਜੀ। ਅਗਲਾ